हाँ जी विद्यार्थियों, ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਤੇ ਇੱਕ ਵਾਰ ਫਿਰ ਸਾਡੀ ਆਨਲਾਈਨ ਜਮਾਤ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਤੇ ਅੱਜ ਆਪਾਂ ਆਪਣੀ ਜਮਾਤ ਦੇ ਵਿੱਚ ਗੱਲ ਕਰਨੀ ਹੈ ਜੀ ਪੰਜਾਬੀ ਲਗਾ ਮਾਤਰਾ ਦੀ। ਲਗਾ ਮਾਤਰਾ ਦੀ ਗਿਣਤੀ ਆਪਾਂ ਨੂੰ ਪਤਾ ਹੈ ਕਿ 10 ਹੈ। ਉਹਨਾਂ ਦੇ ਬਾਰੇ ਆਪਾਂ ਵਿਚਾਰ ਕਰਾਂਗੇ ਕਿਉਂਕਿ ਵਿਅੰਜਨਾਂ ਨੂੰ ਤਾਂ ਆਪਾਂ ਨੂੰ ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਜਮਾਤ ਦੇ ਵਿੱਚ ਕਿ ਵਿਅੰਜਨਾਂ ਨੂੰ ਤਾਂ ਉਹ ਸਾਰੀਆਂ ਹੀ ਲੱਗ ਜਾਂਦੀਆਂ ਹਨ। ਜਿਵੇਂ ਕਹਿ ਵਿਅੰਜਨ ਨੂੰ ਲਾਉਣੀ ਆ ਤਾਂ ਸਾਰੀਆਂ ਹੀ ਲੱਗ ਜਾਣਗੀਆਂ ਦਸੇ ਦੀਆਂ ਦਸੇ, ਪਰ ਕੀ ਸਵਰਾਂ ਨੂੰ ਇਹ ਸਾਰੀਆਂ ਲੱਗ ਜਾਂਦੀਆਂ ਹਨ? ਜੇ ਨਹੀਂ ਲੱਗਦੀਆਂ ਤਾਂ ਇਹ ਕਿਹੜੇ ਸਵਰ ਨੂੰ ਕਿੰਨੀਆਂ ਨਿਰਧਾਰਿਤ ਕੀਤੀਆਂ ਹਨ ਅਤੇ ਕਿਹੜੀਆਂ-ਕਿਹੜੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਅੱਜ ਦੀ ਜਮਾਤ ਵਿੱਚ ਆਪਾਂ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਨਾਲ-ਨਾਲ ਲਗਾ ਮਾਤਰਾ ਦਾ ਥੋੜਾ ਅੱਗੇ ਜਿਹੜੇ ਉਹਨਾਂ ਦਾ ਵੇਰਵਾ ਹੈ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ। ਪੰਜਾਬੀ ਲਗਾ ਮਾਤਰਾ ਦੀ ਸਭ ਤੋਂ ਪਹਿਲਾਂ ਤਾਂ ਦੇਖ ਲਓ ਜੀ, 2-4 ਗੱਲਾਂ ਇਹਦੇ ਬਾਰੇ ਤੁਸੀਂ ਜਾਣਕਾਰੀ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੀ। ਇਹਨਾਂ ਦੇ ਵਿੱਚੋਂ ਅਕਸਰ ਪ੍ਰਸ਼ਨ ਪੁੱਛਿਆ ਜਾਂਦਾ ਹੈ। ਉਸ ਪ੍ਰਸ਼ਨ ਨੂੰ ਆਪਾਂ ਕਲੀਅਰ ਕਰਨ ਵਾਸਤੇ ਕੋਈ ਡਾਊਟਫੁਲ ਸਟੂਡੈਂਟ ਬਹੁਤ ਸਾਰੇ ਹੁੰਦੇ ਆ, ਉਸ ਡਾਊਟ ਨੂੰ ਕਲੀਅਰ ਕਰਨ ਵਾਸਤੇ ਦੇਖੋ ਜੀ ਕੁਝ ਗੱਲਾਂ। ਪੰਜਾਬੀ ਵਿੱਚ ਛੋਟੇ ਚਿੰਨ੍ਹਾਂ ਨੂੰ ਲੱਗ ਕਿਹਾ ਜਾਂਦਾ ਹੈ। ਲੱਗ ਜਾਂ ਲਗਾ ਮਾਤਰਾ ਛੋਟੇ ਚਿੰਨ੍ਹ ਲੱਗੇ ਹੁੰਦੇ ਆ ਜਿਹੜੇ। ਅੱਗੇ ਦੇਖੋ, ਪੰਜਾਬੀ ਧੁਨੀਆਂ ਤੋਂ ਬਣੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਲੱਗੇ ਛੋਟੇ ਚਿੰਨ੍ਹਾਂ ਨੂੰ ਲੱਗ ਆਖਦੇ ਹਨ। ਬਸ ਉੱਪਰ ਵਾਲੀ ਲਾਈਨ ਦੇ ਵਿੱਚ ਇੱਕ ਸਧਾਰਨ ਜੀ ਗੱਲ ਲਿਖਤੀ ਤੇ ਦੂਸਰੀ ਲਾਈਨ ਦੇ ਵਿੱਚ ਉਸ ਨੂੰ ਥੋੜੀ ਜੀ ਹੋਰ ਵਿਆਖਿਆ ਰੂਪ ਵਿੱਚ ਲੰਮੀ ਕਰਕੇ ਲਿਖ ਦਿੱਤਾ। ਜਿਸ ਸਵਰ ਚਿੰਨ੍ਹ ਦੀ ਮਦਦ ਨਾਲ ਕਿਸੇ ਵਰਨ ਦਾ ਉਚਾਰਨ ਕੀਤਾ ਜਾਂਦਾ ਹੈ ਉਸ ਨੂੰ ਲੱਗ ਕਿਹਾ ਜਾਂਦਾ ਹੈ। ਇੱਥੇ ਤੁਸੀਂ ਦੇਖੋ, ਇੱਕ ਗੱਲ ਕਲੀਅਰ ਕਰੋ ਕਿ ਮੈਂ ਇੱਥੇ ਇੱਕ ਸ਼ਬਦ ਲਿਖਿਆ ਹੈ ਜੀ ਸਵਰ ਚਿੰਨ੍ਹ, ਕਿ ਜਿਸ ਸਵਰ ਚਿੰਨ੍ਹ ਦੀ ਮਦਦ ਨਾਲ ਕਿਸੇ ਵਰਨ ਦਾ ਉਚਾਰਨ ਕੀਤਾ ਜਾਂਦਾ ਹੈ ਉਸ ਨੂੰ ਲੱਗ ਕਿਹਾ ਜਾਂਦਾ ਹੈ। ਸੋ ਲੱਗ ਨੂੰ ਸਵਰ ਚਿੰਨ੍ਹ ਵੀ ਕਿਹਾ ਜਾਂਦਾ ਹੈ। ਲੱਗ ਦਾ ਦੂਸਰਾ ਨਾਮ ਸਵਰ ਚਿੰਨ੍ਹ ਵੀ ਹੈ। ਦੇਖੋ ਜੀ, ਲੱਗ ਜਾਂ ਮਾਤਰਾ ਜਾਂ ਸਵਰ ਚਿੰਨ੍ਹ ਮਤਲਬ ਸਵਰਾਂ ਨੂੰ ਲੱਗੇ ਹੋਏ ਕੁਝ ਚਿੰਨ੍ਹ, ਕੁਝ ਸਾਈਨ। ਲੱਗ ਅੱਖਰਾਂ ਨਾਲ ਮਿਲ ਕੇ ਆਵਾਜ਼ ਪੈਦਾ ਕਰਦੀ ਹੈ। ਬਿਲਕੁਲ ਜੀ, ਜਿੰਨਾ ਚਿਰ ਲਗਾ ਮਾਤਰਾ ਕਿਸੇ ਅੱਖਰ ਨੂੰ ਨਾ ਲੱਗੂ ਕਿਵੇਂ ਸ਼ਬਦ ਬਣੂਗਾ? ਸ਼ਬਦ ਬਣੂਗਾ ਹੀ ਨਹੀਂ। ਇਸ ਕਰਕੇ ਲਗਾ ਮਾਤਰਾ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਉਸ ਨੂੰ ਅੱਖਰ ਨੂੰ ਧੁਨੀ ਰੂਪ ਦੇ ਵਿੱਚ ਜਦੋਂ ਪ੍ਰਗਟ ਕਰਨਾ ਹੈ, ਕੈ ਨੂੰ ਕਾ ਬਣਾਉਣਾ ਹੈ, ਕੈ ਨੂੰ ਕੇ ਬਣਾਉਣਾ ਹੈ, ਕੈ ਨੂੰ ਕੀ ਬਣਾਉਣਾ ਹੈ, ਕੈ ਨੂੰ ਕੁ ਬਣਾਉਣਾ ਹੈ, ਕਿਵੇਂ ਬਣੂਗਾ? ਲਗਾ ਮਾਤਰਾ ਦੀ ਸਹਾਇਤਾ ਨਾਲ, ਲੱਗ ਚਿੰਨ੍ਹਾਂ ਦੀ ਸਹਾਇਤਾ ਨਾਲ। ਲੱਗ ਅੱਖਰਾਂ ਨਾਲ ਮਿਲ ਕੇ ਆਵਾਜ਼ ਪੈਦਾ ਕਰਦੇ ਹਨ। ਲਗਾਂ ਦੀ ਵਰਤੋਂ ਇਕੱਲਿਆਂ ਨਹੀਂ ਕੀਤੀ ਜਾ ਸਕਦੀ। ਲਗਾ ਮਾਤਰਾ ਤੁਸੀਂ ਦੇਖ ਲਿਓ ਕਦੇ ਵੀ ਇਕੱਲੀ ਇਹਨਾਂ ਦੀ ਵਰਤੋਂ ਨਹੀਂ ਹੁੰਦੀ। ਇਸ ਦੀ ਵਰਤੋਂ ਹਮੇਸ਼ਾ ਕਿਸੇ ਨਾ ਕਿਸੇ ਅੱਖਰ ਨਾਲ ਲਗਾ ਕੇ ਹੀ ਵਰਤੀ ਜਾਂਦੀ ਹੈ। ਅੱਗੇ ਦੇਖੋ ਜੀ, ਲਗਾ ਤੇ ਮਾਤਰਾ ਵੈਸੇ ਇੱਕੋ ਹੀ ਗੱਲ ਹੈ, ਪਰ ਲਗਾ ਤੇ ਮਾਤਰਾ ਦੇ ਵਿੱਚ ਮੈਂ ਅਗਲੀ ਲਾਈਨ ਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਫਰਕ ਦਰਸਾਇਆ। ਦੇਖੋ ਕੀ ਲਿਖਿਆ ਹੈ ਕਿ ਲੱਗ ਦੇ ਉਚਾਰਨ ਵਿੱਚ ਲੱਗੇ ਸਮੇਂ ਨੂੰ ਮਾਤਰਾ ਆਖਦੇ ਹਨ। ਬਸ ਇੰਨਾ ਕੀ ਫਰਕ ਹੈ, ਬਾਕੀ ਲਗਾ ਮਾਤਰਾ ਗੱਲ ਇੱਕੋ ਹੀ ਹੈ। ਲਗਾ ਮਾਤਰਾ ਨੂੰ ਕਹਿ ਦਿੰਦੇ ਆ, ਮਾਤਰਾ ਲਗਾ ਨੂੰ ਕਹਿ ਦਿੰਦੇ ਆ। ਪਰ ਲਗਾ ਜਿਹੜਾ ਜਦੋਂ ਆਪਾਂ ਕਿਸੇ ਅੱਖਰ ਨੂੰ ਲਗਾ ਮਾਤਰਾ ਲੱਗ ਜਾਂਦੀ ਹੈ ਤਾਂ ਉਸ ਨੂੰ ਬੋਲਣ 'ਤੇ ਲੱਗਿਆ ਸਮਾਂ, ਮਾਤਰਾ ਕਿੰਨੀ ਮਾਤਰਾ ਸਮਾਂ ਲੱਗਿਆ, ਮਾਤਰਾ ਸਮੇਂ ਦੀ ਕਿੰਨੀ ਮਾਤਰਾ ਲੱਗੀ, ਉਹਨੂੰ ਕਿਹਾ ਜਾਂਦਾ ਹੈ ਮਾਤਰਾ ਜਾਂ ਲਗਾ ਦੂਸਰੇ ਸ਼ਬਦਾਂ ਦੇ ਵਿੱਚ। ਅੱਗੇ ਪਤਾ ਹੀ ਹੈ ਜੀ, ਗੁਰਮੁਖੀ ਵਿੱਚ 10 ਲਗਾ ਮਾਤਰਾ ਹਨ। ਇਹ ਵੀ ਗੱਲ ਤੁਸੀਂ ਖਾਸ ਕਰਕੇ ਧਿਆਨ ਰੱਖਣੀ ਹੈ। ਹਾਂ, ਚਿੰਨ੍ਹ 9 ਬਣਦੇ ਹਨ ਪਰ ਲਗਾ ਮਾਤਰਾ 10 ਬਣਦੀਆਂ ਹਨ। ਮੁਕਤੇ ਤੋਂ ਲੈ ਕੇ ਜਿਹੜੀ ਅੰਤ ਤੱਕ ਆਪਾਂ ਪੜ੍ਹਦੇ ਹਾਂ ਉਹ ਹੈ ਜਿਹੜੀਆਂ ਸਾਡੀਆਂ 10 ਲਗਾ ਮਾਤਰਾ ਬਣਦੀਆਂ ਹਨ। ਪਰ ਆਪਾਂ ਨੂੰ ਪਤਾ ਹੈ ਕਿ ਮੁਕਤਾ ਜਿਹੜੀ ਮਾਤਰਾ ਹੈ ਉਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਉਹ ਮਾਤਰਾ ਚਿੰਨ੍ਹ ਰਹਿਤ ਹੁੰਦੀ ਹੈ। ਇਸ ਕਰਕੇ ਚਿੰਨ੍ਹ ਹੁੰਦੇ ਹਨ ਜੀ 9 ਪਰ ਲਗਾ ਮਾਤਰਾ ਹੁੰਦੀਆਂ ਹਨ ਜੀ 10। ਫਰਕ ਧਿਆਨ ਦੇ ਵਿੱਚ ਰੱਖਿਓ। ਗੁਰਮੁਖੀ ਵਿੱਚ 10 ਲਗਾ ਮਾਤਰਾ ਵਿਅੰਜਨਾਂ ਨੂੰ ਤਾਂ ਲੱਗ ਜਾਂਦੀਆਂ ਜੀ ਸਾਰੀਆਂ। ਵਿਅੰਜਨ ਕੋਈ ਵੀ ਚੱਕ ਲਓ ਤੁਸੀਂ, ਸੱਸੇ ਨੂੰ, ਹਾਹੇ ਨੂੰ, ਉਦਾਹਰਨ ਵਾਸਤੇ ਕੱਕੇ ਨੂੰ, ਖੱਖੇ ਨੂੰ, ਗੱਗੇ ਨੂੰ, ਚੱਚੇ ਨੂੰ, ਛੱਛੇ ਨੂੰ, ਟੈਕੇ ਨੂੰ, ਠੱਠੇ ਨੂੰ, ਤੱਤੇ ਨੂੰ, ਥੱਥੇ ਨੂੰ, ਇਸ ਜਿੰਨੇ ਵੀ ਵਿਅੰਜਨ ਮੈਂ ਬੋਲੀ ਜਾਂਦਾ, ਅੜਾੜੇ ਨੂੰ, ਇਹ ਜਿਹੜੇ ਵਿਅੰਜਨ ਇਹਨਾਂ ਨੂੰ ਤੁਸੀਂ 10 ਦੀਆਂ ਕਿਸੇ ਇੱਕ ਵਿਅੰਜਨ ਨੂੰ ਚੱਕ ਕੇ 10 ਦੀਆਂ 10 ਲਾ ਸਕਦੇ ਆ ਤੁਸੀਂ।
ਮੁਹਾਰਨੀ ਪੜ੍ਹਦੇ ਆ ਨਾ, ਸੋ ਮੁਹਾਰਨੀ ਹੈ ਜਿਹੜੀ ਬਾਹਰ ਖੜੀ ਜਿਹਨੂੰ ਕਹਿ ਦਿੰਦੇ ਆ, ਜਿਹੜੀ ਮੁਹਾਰਨੀ ਪੜ੍ਹਦੇ ਆ ਤੇ ਉਹਦੇ ਵਿੱਚ ਦੇਖ ਲਓ ਤੁਸੀਂ ਦਸਾਂ ਦੀਆਂ ਦਸੇ ਲੱਗੀਆਂ ਹੁੰਦੀਆਂ। ਪਰ ਉਹਦੇ ਵਾਸਤੇ ਅੱਗੇ ਕੀ ਲਿਖਿਆ ਹੈ ਕਿ ਪਰ ਸਵਰਾਂ ਨੂੰ, ਸਵਰ ਕਿਹੜੇ ਕਿਹੜੇ, ਊੜਾ ਐੜਾ ਤੇ ਈੜੀ ਲਈ ਵਿਸ਼ੇਸ਼ ਤੌਰ ਤੇ ਨਿਸ਼ਚਿਤ ਕੀਤੀਆਂ ਗਈਆਂ ਹਨ। ਮਤਲਬ ਊੜੇ ਸਵਰ ਨੂੰ ਸਾਰੀਆਂ ਨਹੀਂ ਲੱਗ ਜਾਂਦੀਆਂ, ਐੜੇ ਸਵਰ ਨੂੰ ਸਾਰੀਆਂ ਨਹੀਂ ਲੱਗਦੀਆਂ, ਦਸੇ ਦੀਆਂ ਦਸੇ ਨਹੀਂ ਲੱਗਦੀਆਂ, ਈੜੀ ਨੂੰ ਵੀ ਦਸੇ ਦੀਆਂ ਦਸੇ ਨਹੀਂ ਲੱਗਦੀਆਂ। ਇਹਨਾਂ ਤਿੰਨਾਂ ਸਵਰਾਂ ਵਾਸਤੇ ਤਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਦੇਖਦੇ ਹਾਂ ਅੱਗੇ ਜਾ ਕੇ। ਲਗਾ ਸਵਰ ਧੁਨੀਆਂ ਨੂੰ ਦਰਸਾਉਣ ਵਾਲੇ ਲਿਪੀ ਚਿੰਨ੍ਹ ਹਨ। ਇਹ ਕੁਝ ਕੁ ਸ਼ਬਦਾਵਲੀਆਂ, ਇਹ ਕੁਝ ਕੁ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ, ਯਾਦ ਰੱਖਿਓ ਦਿਮਾਗ ਦੇ ਵਿੱਚ, ਕਿਉਂਕਿ ਇਹਦੇ ਵਿੱਚ ਸੰਬੰਧਿਤ ਪ੍ਰਸ਼ਨ ਪੁੱਛਿਆ ਜਾਂਦਾ ਹੈ। ਛੋਟਾ ਜਿਹਾ ਪ੍ਰਸ਼ਨ, ਛੋਟਾ ਜਿਹਾ ਡਾਊਟ ਕਨਫਿਊਜ਼ ਕਰ ਸਕਦਾ ਹੈ, ਤੁਹਾਨੂੰ ਪਿੱਛੇ ਲੈ ਕੇ ਜਾ ਸਕਦਾ ਹੈ, ਇਸ ਕਰਕੇ ਰੱਖਿਓ ਧਿਆਨ। ਪੰਜਾਬੀ ਦੀਆਂ ਲਗਾ ਮਾਤਰਾ ਇਸ ਪ੍ਰਕਾਰ ਹਨ ਜੀ। ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਮੁਕਤਾ, ਫਿਰ ਕੰਨਾ, ਫਿਰ ਸਿਹਾਰੀ, ਫਿਰ ਬਿਹਾਰੀ, ਫਿਰ ਔਂਕੜ, ਫਿਰ ਦਲੈਂਕੜ, ਫਿਰ ਲਾਂ, ਫਿਰ ਦੁਲਾਂ, ਫਿਰ ਹੋੜਾ ਤੇ ਕਨੌੜਾ। ਇਹ ਜਿਹੜੀਆਂ 10 ਲਗਾ ਮਾਤਰਾ, ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਮੈਂ ਦਿੱਤੀ ਹੋਈ ਹੈ। ਦੇਖ ਲਓ ਜੀ, ਮੁਕਤਾ ਜਿਹੜਾ ਇਹ ਸਾਡਾ ਚਿੰਨ੍ਹ ਰਹਿਤ ਹੈ, ਵਿੱਚ ਹੀ ਲਿਖਤਾ ਮੈਂ ਨਾਲ ਹੀ ਕਿ ਮੁਕਤਾ ਜਿਹੜਾ ਉਹ ਚਿੰਨ੍ਹ ਰਹਿਤ ਹੈ, ਇਹ ਸਵਰ ਧੁਨੀ ਨਾਲ ਸੰਬੰਧਿਤ ਹੈ, ਇਸ ਦਾ ਕੋਈ ਚਿੰਨ੍ਹ ਨਹੀਂ ਹੈ। ਇੱਕ ਵਾਰ ਇਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਇੱਕ ਲਿਸਟ ਬਣੀ ਹੋਈ ਦੇਖੀਏ ਜੀ। ਹਾਂਜੀ, ਆ ਦੇਖੋ ਜੀ, ਮੂਲ ਸਵਰਾਂ ਨਾਲ ਕਿਵੇਂ ਕਿਹੜੀਆਂ ਕਿਹੜੀਆਂ ਲੱਗਦੀਆਂ ਹਨ ਜੀ। ਊੜਾ ਐੜਾ ਤੇ ਈੜੀ ਨਾਲ ਆਉਂਦੀਆਂ ਲਗਾਂ ਦਾ ਰੇਖਾ ਚਿੱਤਰ ਇਸ ਪ੍ਰਕਾਰ ਹਨ ਜੀ। ਦੇਖ ਲਓ ਕਿਵੇਂ ਊੜੇ ਨਾਲ ਤਾਂ ਲੱਗਦੀਆਂ ਜੀ 3, ਐੜੇ ਨਾਲ ਲੱਗਦੀਆਂ ਹੈ ਜੀ 4, ਈੜੀ ਨਾਲ ਲੱਗਦੀਆਂ ਹੈ ਜੀ ਫਿਰ 3। ਕਿੰਨੀਆਂ ਹੋ ਗਈਆਂ ਜੀ? 3 ਤੇ 4 7 ਤੇ 3 10 ਹੋ ਗਈਆਂ ਜੀ। ਹੁਣ ਕੀ ਹੈ, ਆਪਾਂ ਨੂੰ ਪਤਾ ਹੈ ਕਿ ਸ਼ੁਰੂ ਦੇ ਵਿੱਚ ਆਪਾਂ ਸੀਕਵਲ ਦੇ ਵਿੱਚ ਜਦੋਂ ਦੇਖਦੇ ਹਾਂ, ਸੀਕਵੈਂਸ ਦੇ ਵਿੱਚ ਜਦੋਂ ਵੇਖਦੇ ਹਾਂ ਤਾਂ ਕਿਵੇਂ ਆਉਂਦੇ ਆ, ਸਾਡੀ ਵਰਨਮਾਲਾ ਦੇ ਵਿੱਚ ਜਿਹੜੇ ਸਵਰ ਆਉਂਦੇ ਆ ਸ਼ੁਰੂ ਦੇ ਵਿੱਚ ਆਉਂਦੇ ਆ, ਊੜਾ ਐੜਾ ਤੇ ਈੜੀ, ਐਵੇਂ ਹੀ ਆਉਂਦੇ ਆ ਨਾ। ਪਹਿਲਾਂ ਊੜਾ ਆ ਜਾਂਦਾ, ਫਿਰ ਐੜਾ, ਫਿਰ ਈੜੀ। ਅੱਛਾ, ਹੁਣ ਆਪਾਂ ਇਹਦੇ ਵਾਸਤੇ ਵੀ ਯਾਦ ਆਪਾਂ ਨੂੰ ਕਿਵੇਂ ਹੈ, 3 4 3 ਮਤਲਬ 343 ਇੱਕ ਕੋਡ ਬਣਦਾ। 343 ਵੈਸੇ ਹੀ ਨੋਰਮਲ ਉਦਾਹਰਨ ਵਾਸਤੇ, ਵੈਸੇ ਕੋਈ ਦਿੱਕਤ ਨਹੀਂ ਹੈ, ਯਾਦ ਰੱਖਣਾ ਬੜਾ ਆਸਾਨ ਹੈ। ਅੱਗੇ ਦੇਖੋ ਜੀ, ਮੁਕਤਾ, ਕੰਨਾ, ਦੁਲਾਵਾਂ ਤੇ ਕਨੌੜਾ। ਇੱਕ ਥੋੜੀ ਜੀ ਇੱਥੇ ਗਲਤੀ ਹੈ ਜੀ, ਦੁਲਾਵਾਂ ਜਿਹੜੀ ਗਲਤੀ ਹੈ, ਇਹਨੂੰ ਔਂਕੜ ਨਹੀਂ ਲਿਖਿਆ ਜਾਊਗਾ, ਇਹਨੂੰ ਦਲੈਂਕੜ ਲਿਖਿਆ ਜਾਊਗਾ। ਬਸ ਹੁਣ ਆਪਾਂ ਚੱਲਦੇ ਹਾਂ ਜੀ ਆਪਣੀ ਇਹਦੇ ਵਿੱਚ ਦੇਖਦੇ ਹਾਂ ਵੀ ਇਹ ਸਵਰਾਂ ਨੂੰ ਕਿਵੇਂ ਨਿਰਧਾਰਿਤ ਕੀਤੀਆਂ ਗਈਆਂ ਹਨ, ਇਹਦੇ ਬਾਰੇ ਆਪਾਂ ਵਿਚਾਰ ਕਰਦੇ ਹਾਂ। ਹਾਂਜੀ, ਇਹ ਦੁਲੈਂਕੜ ਹੈ ਜੀ, ਦੁਲਾਵਾਂ ਨਹੀਂ ਗੀ, ਦੁਲਾਵਾਂ ਇੱਧਰ ਲੱਗੀ ਹੋਈ ਆ। ਆਹ ਹਾਂਜੀ, ਹੁਣ ਦੇਖਦੇ ਹਾਂ ਜੀ। ਦੇਖੋ ਆਪਾਂ ਨੂੰ ਪਤਾ ਹੈ ਕਿ ਇੱਕ ਤਾਂ ਮਾਤਰਾਵਾਂ ਦਾ ਸੀਕਵਲ ਯਾਦ ਰੱਖਣਾ ਬੜਾ ਜ਼ਰੂਰੀ ਹੈ। ਮਾਤਰਾ ਦਾ ਸੀਕਵਲ ਧਿਆਨ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ। ਪਹਿਲੇ ਨੰਬਰ 'ਤੇ ਜਿਹੜੀ ਆਉਂਦੀ ਹੈ, ਹੁਣ ਦੇਖੋ 10 ਆ, 10 ਦੀ 10 ਗਿਣਤੀ 1 2 3 4 5 6 7 8 9 ਤੇ 10। ਇਹਨਾਂ ਦਾ ਸੀਕਵੈਂਸ ਮਤਲਬ ਕ੍ਰਮ ਇੱਕ ਤੁਹਾਨੂੰ ਧਿਆਨ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਮੁਕਤਾ ਸਭ ਤੋਂ ਪਹਿਲਾਂ ਆਉਂਦਾ ਹੈ, ਫਿਰ ਸਾਡਾ ਆ ਜਾਂਦਾ ਹੈ ਜੀ ਕੰਨਾ, ਫਿਰ ਸਾਡੀ ਆ ਜਾਂਦੀ ਹੈ ਜੀ ਸਿਹਾਰੀ, ਫਿਰ ਆਉਂਦੀ ਹੈ ਜੀ ਬਿਹਾਰੀ, ਫਿਰ ਆਉਂਦੀ ਹੈ ਜੀ ਸਾਡਾ ਔਂਕੜ, ਫਿਰ ਆਉਂਦਾ ਹੈ ਜੀ ਸਾਡਾ ਦੁਲੈਂਕੜ। ਇਹ ਹੈ ਜਿਹੜਾ ਸੀਕਵੈਂਸ ਦੇ ਵਿੱਚ, ਇਸ ਨੂੰ 2-3 ਵਾਰੀ ਯਾਦ ਕਰੋਗੇ। ਅਗਰ ਤੁਸੀਂ ਨਵੇਂ ਸਟੂਡੈਂਟ ਹੋ, ਪੰਜਾਬੀ ਭਾਸ਼ਾ ਨਾਲ ਜੁੜੇ ਹੋਏ, ਤਾਂ ਫਿਰ ਤੁਹਾਨੂੰ ਇਹ ਯਾਦ ਰੱਖਣੀਆਂ ਬਹੁਤ ਜ਼ਰੂਰੀ ਹੈ ਇੱਕ ਸੀਕਵੈਂਸ ਦੇ ਵਿੱਚ। ਹਾਂ, ਜਿਨ੍ਹਾਂ ਦਾ ਮਤਲਬ ਜਿਨ੍ਹਾਂ ਦੀ ਮਦਰ ਟੰਗ ਪੰਜਾਬੀ ਹੈ ਜਾਂ ਜਿਹੜੇ ਪੰਜਾਬੀ ਨੂੰ ਕਾਫੀ ਲੰਬੇ ਸਮੇਂ ਤੋਂ, ਲੰਮੇ ਅਰਸੇ ਤੋਂ ਪੜ੍ਹ ਰਹੇ ਨੇ, ਉਹਨਾਂ ਵਾਸਤੇ ਕੋਈ ਦਿੱਕਤ ਨਹੀਂ ਹੈ। ਔਂਕੜ, ਦੁਲੈਂਕੜ 7 ਨੰਬਰ 'ਤੇ ਆਊਗੀ ਲਾਂ, ਫਿਰ ਆਊਗੀ ਜੀ ਦੁਲਾਂ, ਫਿਰ ਆਊਗੀ ਜੀ, ਫਿਰ ਆਊਗਾ ਜੀ ਹੋੜਾ, ਫਿਰ ਆਊਗਾ ਜੀ ਸਾਡਾ ਕਨੌੜਾ।
ਇਹ ਹੈ ਜਿਹੜੀ ਇਹਨੂੰ ਕਿਹਾ ਜਾਂਦਾ ਸੀਕਵੈਂਸ ਦੇ ਵਿੱਚ। ਸੀਕਵੈਂਸ ਹੈ ਜੀ ਮੁਕਤਾ, ਕੰਨਾ, ਸਿਹਾਰੀ, ਬਿਹਾਰੀ। ਆਹ ਸੀਕਵੈਂਸ ਦੇ ਵਿੱਚ ਅਗਰ ਤੁਹਾਨੂੰ ਯਾਦ ਹੈ ਤਾਂ ਉਧਰ ਸਵਰਾਂ ਨੂੰ ਮਾਤਰਾ ਲਾਉਣੀਆਂ, ਸਵਰਾਂ ਨੂੰ ਕਿਹੜੀ ਲੱਗ ਮਾਤਰਾ ਨਿਰਧਾਰਿਤ ਕੀਤੀ ਗਈ ਹੈ ਉਸ ਦਾ ਕੋਡ ਯਾਦ ਰੱਖਣ ਦੇ ਵਿੱਚ ਤੁਹਾਨੂੰ ਆਸਾਨੀ ਹੋ ਜਾਵੇਗੀ। ਦੇਖੋ ਜੀ ਹੁਣ ਕੋਡ ਦੇ ਵਿੱਚ ਆ ਜਾਓ। ਆਪਾਂ ਨੂੰ ਪਤਾ ਹੈ ਕਿ ਮੁਕਤਾ ਹੈ ਜਿਹੜਾ ਉਹ 1 ਨੰਬਰ 'ਤੇ ਆਉਂਦੀ ਹੈ ਮੁਕਤੇ ਦੀ ਮਾਤਰਾ। ਕੰਨਾ ਆਉਂਦਾ ਹੈ ਜੀ ਸਾਡਾ 2 ਨੰਬਰ 'ਤੇ। ਸਿਹਾਰੀ ਆਉਂਦੀ ਹੈ ਜੀ ਸਾਡੀ 3 ਨੰਬਰ 'ਤੇ। ਬਿਹਾਰੀ 4 ਨੰਬਰ 'ਤੇ। ਉਸ ਤੋਂ ਬਾਅਦ ਆਉਂਦਾ ਹੈ ਜੀ ਸਾਡਾ ਔਂਕੜ 5 ਨੰਬਰ 'ਤੇ। ਦੁਲੈਂਕੜ 6 ਨੰਬਰ 'ਤੇ। ਉਸ ਤੋਂ ਬਾਅਦ ਆਉਂਦਾ ਹੈ ਜੀ ਲਾਂ। ਸਾਡੀ ਲਾਂ ਆ ਗਈ ਜੀ 7 ਨੰਬਰ 'ਤੇ ਲਾਂ, ਅਤੇ 8 ਨੰਬਰ 'ਤੇ ਦੁਲਾਂ, 9 ਨੰਬਰ 'ਤੇ ਸਾਡਾ ਹੋੜਾ, ਅਤੇ 10 ਨੰਬਰ 'ਤੇ ਕਨੌੜਾ। ਆਹ ਦੇਖ ਲਓ ਜੀ। ਹੁਣ ਤੁਸੀਂ ਦੇਖ ਲਓ ਇਹ ਤੁਹਾਡੇ ਸਾਹਮਣੇ ਗਿਣਤੀ ਹੈ ਜਿਹੜੀ ਇਹ ਲਿਖੀ ਜਾ ਚੁੱਕੀ ਹੈ। ਦੇਖ ਲਓ ਕਿਹੜੇ ਸਵਰ ਨੂੰ ਕਿਹੜੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇੱਕ ਥੋੜ੍ਹੇ ਜਿਹੇ ਹੋਰ ਪ੍ਰਸ਼ਨਾਂ 'ਤੇ ਵੀ ਗੱਲ ਕਰਾਂਗੇ। ਇੱਕ ਵਾਰ ਆਹ ਦੇਖੋ ਤੁਸੀਂ, ਊੜੇ ਨਾਲ ਲੱਗਦੀਆਂ ਲਗਾਂ ਕਿੰਨੀਆਂ ਜੀ? 3। ਕਿਹੜੀਆਂ ਕਿਹੜੀਆਂ? ਔਂਕੜ, ਦੁਲੈਂਕੜ ਅਤੇ ਹੋੜਾ। ਔਂਕੜ, ਦੁਲੈਂਕੜ ਅਤੇ ਹੋੜਾਂ ਦਾ ਜਿਹੜਾ ਅੱਗੇ ਔਂਕੜ, ਦੁਲੈਂਕੜ ਅਤੇ ਹੋੜਾ ਇਹਨਾਂ ਦਾ ਜਿਹੜਾ ਅੱਗੇ ਕ੍ਰਮ ਹੈ ਉਹ ਕਿਹੜਾ ਹੈ ਜੀ? 5, 6 ਅਤੇ 9। ਸੋ 5, 6, 9 ਹੈ ਜਿਹੜਾ ਇਹ ਊੜੇ ਨੂੰ ਲੱਗੂਗਾ। ਅਗਰ ਵੈਸੇ ਨੋਰਮਲ ਯਾਦ ਰੱਖਣਾ, ਕਿਉਂਕਿ ਉੱਥੇ ਇੱਕ ਲਿਸਟ ਬਣਾ ਕੇ ਵੀ ਤੁਸੀਂ ਫਰੈਸ਼ਰ ਹੋ, ਅਗਰ ਤੁਸੀਂ ਨਵੇਂ ਸਟੂਡੈਂਟ ਹੋ, ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਹਦੇ ਵਿੱਚ ਤੁਹਾਨੂੰ ਇਹ ਪ੍ਰਸ਼ਨ ਆਉਣ ਦੀ ਸੰਭਾਵਨਾ ਦਿਖਦੀ ਹੈ, ਤਾਂ ਤੁਹਾਡੀ ਇੱਕ ਵਧੀਆ ਟ੍ਰਿਕ ਯਾਦ ਕਰਨ ਵਾਸਤੇ ਇਹ ਹੀ ਹੈ ਕਿ ਤੁਸੀਂ ਇਸ ਨੂੰ ਇੱਕ ਕੋਡ ਦੇ ਵਿੱਚ ਤਬਦੀਲ ਕਰ ਸਕਦੇ ਹੋ। ਅਗਰ ਤੁਹਾਨੂੰ ਆਹ ਚੀਜ਼ ਯਾਦ ਹੈ, ਇਸ ਚੀਜ਼ ਦਾ ਅਗਰ ਤੁਹਾਨੂੰ ਕ੍ਰਮ ਯਾਦ ਹੈ, ਮਾਤਰਾਵਾਂ ਦਾ ਕ੍ਰਮ ਯਾਦ ਹੈ, ਤਾਂ ਫਿਰ ਫਿਰ ਤਾਂ ਕਿਆ ਬਾਤ ਜੀ, ਕਹਿਣ ਦਾ ਮਤਲਬ ਸ਼ਾਨਦਾਰ ਕੰਮ ਹੋ ਜਾਊਗਾ। ਕਿਉਂਕਿ ਸੀਕਵੈਂਸ ਦੇ ਵਿੱਚ 5, 6, 9 ਨੰਬਰ ਦੀਆਂ ਮਾਤਰਾਵਾਂ ਊੜੇ ਨਾਲ ਲੱਗਦੀਆਂ ਹਨ, ਅਤੇ 1, 2, 8, 10 ਐੜੇ ਨਾਲ ਲੱਗਦੀਆਂ ਹਨ ਜੀ। ਐੜੇ ਨਾਲ 4 ਲੱਗਦੀਆਂ ਹਨ ਜੀ, ਪਰ ਈੜੀ ਨਾਲ 3 ਉਹ ਲੱਗਦੀਆਂ ਜੀ 3, 4, 7। ਇਹ ਹੈ ਜਿਹੜਾ ਇੱਕ ਕੋਡ ਤੁਸੀਂ ਨੋਰਮਲ ਮਤਲਬ ਇੱਕ ਯਾਦ ਰੱਖ ਸਕਦੇ ਹੋ। ਹੁਣ ਇਹਦੇ ਵਿੱਚੋਂ ਕੁਝ ਕੁ ਗੱਲਾਂ ਨਿਕਲ ਕੇ ਆਉਂਦੀਆਂ, ਦੇਖ ਲਓ ਜੀ। ਹੁਣ ਇਹ ਜਿਹੜਾ ਐੜਾ ਮੁਕਤਾ ਰੂਪ ਦੇ ਵਿੱਚ ਹਮੇਸ਼ਾ ਆ ਜਾਂਦਾ ਹੈ। ਐੜਾ ਮੁਕਤਾ ਰੂਪ ਦੇ ਵਿੱਚ ਆ ਜਾਂਦਾ ਹੈ। ਤੁਸੀਂ ਦੇਖ ਲਿਓ ਕਿਸੇ ਵੀ, ਮੰਨ ਲਓ ਤੁਸੀਂ ਸ਼ਬਦ ਲਿਖਦੇ ਹੋ, ਅਨਾਰ ਸ਼ਬਦ ਲਿਖਿਆ, ਮੰਨ ਲਓ ਅਨਾਰ। ਅਨਾਰ ਸਭ ਤੋਂ ਪਹਿਲਾਂ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਦੋਂ ਅਨਾਰ ਹੀ ਪੜ੍ਹਦੇ ਹਾਂ, ਦੇਖ ਲਓ। ਅਤੇ ਅਨਾਰ ਸ਼ਬਦ ਦੇ ਵਿੱਚ ਐੜਾ ਜਿਹੜਾ ਇਹ ਮੁਕਤਾ ਰੂਪ ਦੇ ਵਿੱਚ ਆਇਆ ਹੋਇਆ ਹੈ, ਪਰ ਊੜਾ ਅਤੇ ਈੜੀ ਇਹ ਕਦੇ ਵੀ ਤੁਸੀਂ ਮੁਕਤਾ ਰੂਪ ਦੇ ਵਿੱਚ ਨਹੀਂ ਦੇਖੋਗੇ। ਦੇਖ ਲਿਓ ਤੁਸੀਂ, ਕਦੇ ਵੀ ਇਹ ਮੁਕਤਾ ਰੂਪ ਦੇ ਵਿੱਚ ਨਾ ਹੋਣਗੇ ਕਦੇ ਵੀ। ਇਹਨਾਂ ਨੂੰ ਹਮੇਸ਼ਾ ਕੋਈ ਨਾ ਕੋਈ ਲਗਾ ਮਾਤਰਾ ਲੱਗੀ ਹੋਏਗੀ ਕਿਸੇ ਵੀ ਸ਼ਬਦ ਦੇ ਵਿੱਚ, ਪਰ ਜਿਹੜਾ ਸਾਡਾ ਐੜਾ ਹੈ ਇਹ ਤੁਸੀਂ ਮੁਕਤਾ ਰੂਪ ਦੇ ਵਿੱਚ ਅਕਸਰ ਦੇਖ ਸਕਦੇ ਹੋ। ਕੋਈ ਦਿੱਕਤ ਨਹੀਂ। ਆਹ ਜਿਹੜੀ ਹੁਣ ਤੁਹਾਨੂੰ ਕੋਡ ਹੈ, ਮੈਨੂੰ ਯਕੀਨ ਹੈ ਕਿ ਤੁਹਾਨੂੰ ਸਮਝ ਵਿੱਚ ਜ਼ਰੂਰ ਆਇਆ ਹੋਊਗਾ। ਊੜੇ ਨਾਲ 3 ਲਗਾਂ ਕਿਹੜੀਆਂ? ਔਂਕੜ, ਦੁਲੈਂਕੜ ਅਤੇ ਹੋੜਾ। ਅਗਰ ਵੈਸੇ ਤੁਸੀਂ ਪੰਜਾਬੀ ਘਰਾਣੇ ਨਾਲ ਸੰਬੰਧਿਤ ਹੋ ਤਾਂ ਕੋਈ ਦਿੱਕਤ ਨਹੀਂ ਹੈ, ਪਰ ਅਗਰ ਤੁਹਾਡੀ ਲੈਂਗੁਏਜ ਅਦਰ ਰਹੀ ਹੋਈ ਹੈ, ਤੁਸੀਂ ਪੰਜਾਬੀ ਭਾਸ਼ਾ ਰੱਖਣ ਦੇ ਚਾਹਵਾਨ ਹੋ, ਪੰਜਾਬੀ ਸਿੱਖਣ ਦੇ ਚਾਹਵਾਨ ਹੋ, ਤਾਂ ਤੁਹਾਡੇ ਵਾਸਤੇ ਇਸ ਤੋਂ ਬਿਹਤਰ ਚੀਜ਼ ਕੋਈ ਨਹੀਂ ਹੋ ਸਕਦੀ। ਹੁਣ ਦੇਖਦੇ ਹਾਂ ਜੀ, ਹੁਣ ਆਪਾਂ ਗੱਲ ਕਰਦੇ ਹਾਂ ਸਾਡੀਆਂ ਲਗਾ ਮਾਤਰਾ ਦੀ। ਲਗਾ ਮਾਤਰਾ ਦੇ ਵਿੱਚ ਮੁਕਤਾ, ਥੋੜ੍ਹੀ ਇਹਨਾਂ ਦੀ ਥਿਊਰੀ ਪੜ੍ਹਦੇ ਹਾਂ। ਮੁਕਤਾ, ਕੰਨਾ ਇਹ ਕਿਵੇਂ ਲੱਗਦੀਆਂ ਨੇ, ਇਹਨਾਂ ਨੂੰ ਕੀ ਮਤਲਬ, ਇਹਨਾਂ ਦਾ ਆਧਾਰ ਕੀ ਹੈ? ਦੇਖੋ, ਮੁਕਤਾ ਇਹ ਚਿੰਨ੍ਹ ਰਹਿਤ ਹੈ, ਪਤਾ ਲੱਗ ਗਿਆ ਤੁਹਾਨੂੰ ਗੱਲ ਦਾ। ਇਹ ਸਵਰ ਧੁਨੀ ਦੇ ਨਾਲ ਸੰਬੰਧਿਤ ਹੈ, ਗੱਲ ਆ ਗਈ ਨਾ ਉੱਧਰ। ਮੁਕਤਾ ਜਿਹੜੀ ਕਿਹਦੇ ਨਾਲ ਲੱਗਦੀ ਹੈ? ਐੜੇ ਨਾਲ ਲੱਗਦੀ ਹੈ, ਅਤੇ ਇਸ ਦਾ ਕੋਈ ਚਿੰਨ੍ਹ ਨਹੀਂ ਹੈ, ਇਸ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਚਿੰਨ੍ਹ ਰਹਿਤ। ਪੰਜਾਬੀ ਸ਼ਬਦ ਲਿਖਣ ਵੇਲੇ ਜਿਸ ਅੱਖਰ ਨਾਲ ਕੋਈ ਚਿੰਨ੍ਹ ਨਾ ਨਜ਼ਰ ਆਵੇ ਉਸ ਨੂੰ ਮੁਕਤਾ ਅੱਖਰ ਕਿਹਾ ਜਾਂਦਾ ਹੈ। ਜੇ ਤੁਹਾਨੂੰ ਕਹਦੇ ਜੀ ਮੁਕਤਾ ਅੱਖਰ ਕਿਹਨੂੰ ਕਹਿੰਦੇ ਆ, ਤਾਂ ਜਿਹਦੇ ਨਾਲ ਕੋਈ ਲੱਗ ਚਿੰਨ੍ਹ ਨਾ ਲੱਗੀ ਹੋਵੇ, ਲਗਾ ਮਾਤਰਾ ਨਾ ਲੱਗੀ ਹੋਵੇ। ਦੇਖੋ ਜੀ, ਨੋਟ ਲਾ ਕੇ ਗੱਲ ਲਿਖੀ ਹੈ, ਬਹੁਤ ਇੰਪੋਰਟੈਂਟ ਗੱਲ ਹੈ। ਪੰਜਾਬੀ ਵਿੱਚ ਐੜਾ ਅਜਿਹਾ ਸਵਰ ਹੈ ਜੋ ਮੁਕਤਾ ਰੂਪ ਵਿੱਚ ਆਉਂਦਾ ਹੈ। ਊੜਾ ਅਤੇ ਈੜੀ ਕਦੇ ਵੀ ਮੁਕਤਾ ਰੂਪ ਵਿੱਚ ਨਹੀਂ ਆਉਂਦੇ। ਗੱਲ ਹੋ ਗਈ ਸੀ ਨਾ ਕਲੀਅਰ ਆਪਣੀ? ਵਾਹ ਜੀ ਵਾਹ, ਬਹੁਤ ਹੁਸ਼ਿਆਰ ਹੋ ਤੁਸੀਂ। ਮੁਕਤੇ ਦੇ ਉਦਾਹਰਣ ਦੇਖ ਲਓ, ਅਮਰ, ਅਸਰ, ਡਰ, ਜਲ, ਬਰਫ਼, ਨਰਮ, ਕਲਮ, ਮਦਦ, ਬਰਕਤ, ਗਲਗਲ, ਧਰਮ, ਖਸਖਸ।
ਇਹ ਸ਼ਬਦ ਲਿਖੇ ਹੋਏ ਨੇ, ਇਹਨਾਂ ਦੇ ਵਿੱਚ ਇਹ ਸਾਰੇ ਮੁਕਤਾ ਰੂਪ ਵਿੱਚ ਲਿਖੇ ਹੋਏ ਨੇ। ਹੁਣ ਜੀ ਆ ਗਿਆ ਕੰਨਾ। ਕੰਨਾ ਜਿਹੜਾ ਇਹ ਸਵਰ ਦਾ ਚਿੰਨ੍ਹ ਹੈ। ਮੁਕਤਾ ਤੇ ਕੰਨਾ ਦੋਨੋਂ ਆਪਾਂ ਦੇਖੇ ਸੀ ਵੀ ਐ ਸਵਰ ਦੇ ਨਾਲ ਸੰਬੰਧਿਤ ਹਨ। ਅੱਖਰ ਦੇ ਪਿੱਛੇ ਲੱਗਦਾ ਹੈ ਕਦੇ ਵੀ ਮੁਕਤਾ, ਮੁਕਤਾ ਦੇ ਮਗਰ ਲੱਗਿਆ ਹੋਇਆ, ਤੈ ਦੇ ਮਗਰ ਜੋ ਲੱਗੀ ਹੋਈ ਹੈ ਕੰਨੇ ਦੀ ਮਾਤਰਾ ਪਿੱਛੇ ਲੱਗੀ ਹੋਈ ਹੈ ਅੱਖਰ ਦੇ, ਅਤੇ ਇਸ ਦੀ ਲੰਬਾਈ ਅੱਖਰ ਨਾਲੋਂ ਅੱਧੀ ਹੁੰਦੀ ਹੈ। ਜਿਹੜੇ ਵਿਦਿਆਰਥੀ ਸ਼ੁੱਧ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰਦੇ ਹਨ ਜਾਂ ਲਿਖਦੇ ਹਨ, ਉਹਨਾਂ ਨੂੰ ਪਤਾ ਹੈ ਕਿ ਅਗਰ ਆਪਾਂ ਮੰਨ ਲਓ ਕਿ ਇਹ ਜਿਹੜੀ ਮਾਤਰਾ ਹੈ, ਬਹੁਤ ਸਾਰੇ ਵਿਦਿਆਰਥੀ ਮੈਂ ਦੇਖਿਆ ਅਕਸਰ ਹੀ ਛੋਟੀ ਛੋਟੀ ਗਲਤੀ ਕਰਦੇ ਹਨ। ਉਦਾਹਰਣ ਵਾਸਤੇ ਜਿਵੇਂ ਤੁਸੀਂ ਆਰਾਮ ਸ਼ਬਦ ਲਿਖਣਾ ਹੈ ਤਾਂ ਕੰਨੇ ਦੀ ਮਾਤਰਾ ਹੈ ਜਿਹੜੀ ਇਹ ਤੁਸੀਂ ਅੱਧੀ ਰੱਖਣੀ ਹੈ ਰਾਰੇ ਨਾਲੋਂ, ਪਰ ਜੇ ਤੁਸੀਂ ਇਸ ਨੂੰ ਪੂਰੀ ਕਰ ਦਿੱਤਾ ਤਾਂ ਇਹ ਗਮ ਬਣ ਜਾਵੇਗਾ, ਗੱਗਾ ਬਣ ਜਾਵੇਗਾ। ਇਹ ਤੁਹਾਨੂੰ ਦੱਸਣ ਵਾਸਤੇ ਮੈਂ ਇੱਕ ਉਦਾਹਰਣ ਦਿੱਤੀ ਹੈ। ਹਾਂਜੀ, ਦੇਖਦੇ ਹਾਂ ਜੀ ਅੱਗੇ। ਹੁਣ ਕੰਨੇ ਦੀ ਗੱਲ ਆਪਾਂ ਹੋ ਗਈ ਜੀ। ਅੱਖਰ ਦੇ ਪਿੱਛੇ ਲੱਗਦਾ ਹੈ ਅਤੇ ਇਸ ਦੀ ਲੰਬਾਈ ਅੱਖਰ ਨਾਲੋਂ ਅੱਧੀ ਹੁੰਦੀ ਹੈ, ਅੱਖਰ ਨਾਲੋਂ ਅੱਧੀ ਹੁੰਦੀ ਹੈ। ਇਹਦਾ ਉਦਾਹਰਣ ਤੁਹਾਨੂੰ ਦੇਤਾ। ਊੜਾ ਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਦਾ ਹੈ, ਬਾਕੀ ਸਾਰੇ ਨਾਲ ਲੱਗ ਜਾਂਦਾ। ਊੜੇ ਤੇ ਈੜੀ ਨੂੰ ਛੱਡ ਕੇ ਐੜੇ ਸਵਰ ਨੂੰ ਲੱਗ ਜਾਂਦਾ ਹੈ ਤੇ ਸਾਰੇ ਵਿਅੰਜਨਾਂ ਨੂੰ ਵੀ ਲੱਗਦਾ ਹੈ। ਤੁਹਾਨੂੰ ਦੱਸਿਆ ਹੋਇਆ, ਗੱਲ ਵਾਰੀ ਵਾਰੀ ਦੁਹਰਾ ਰਿਹਾ ਮੈਂ, ਕਿ ਇਹ ਜਿਹੜੀਆਂ ਮਾਤਰਾਵਾਂ ਹਨ ਵਿਅੰਜਨਾਂ ਨੂੰ ਤਾਂ ਸਾਰੀਆਂ ਹੀ ਲੱਗ ਜਾਂਦੀਆਂ ਹਨ। ਉਸ ਤੋਂ ਬਾਅਦ ਉਦਾਹਰਣ ਹੈ ਜੀ, ਦੇਖ ਲਓ। ਕਾਰ, ਮਾਰ, ਜਵਾਨ, ਚਾਰ, ਅਨਾਰ, ਦਵਾਤ, ਫਰਾਕ, ਬਸਤਾ, ਅਰਦਾਸ, ਟਮਾਟਰ, ਪਾਠਸ਼ਾਲਾ, ਅਖਬਾਰ। ਉਦਾਹਰਨਾਂ ਦਿੱਤੀਆਂ ਹੋਈਆਂ, ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਉਦਾਹਰਨਾਂ ਸਾਡੀ ਟੀਮ ਨੇ ਪਤਾ ਨਹੀਂ ਕਿੱਥੋਂ ਲੱਭੀਆਂ। ਦੇਖ ਲਓ, ਇਹਨਾਂ ਉਦਾਹਰਨਾਂ ਨੂੰ ਦੇਖ ਲਓ ਮਾੜਾ ਜਿਹਾ। ਮਤਲਬ ਇੱਕ ਬਸ ਇੱਕ ਉਦਾਹਰਣ ਹੁੰਦਾ ਵੀ ਤੁਹਾਨੂੰ ਇੱਕ ਮਤਲਬ ਗੱਲ ਹੈ ਜਿਹੜੀ ਉਹ ਸਮਝ ਆ ਜਾਵੇ। ਅੱਗੇ ਹੈ ਜੀ ਸਿਹਾਰੀ। ਸਿਹਾਰੀ ਹੈ ਜਿਹੜਾ ਹੈ ਈੜੀ ਸਵਰ ਦੇ ਨਾਲ ਸੰਬੰਧਿਤ ਹੈ। ਈੜੀ ਨਾਲ ਹੀ ਹੈ ਨਾ, ਅੱਖਰ ਤੋਂ ਪਹਿਲਾਂ ਲੱਗਦੀ ਹੈ, ਸੈ ਤੋਂ ਸੈ ਨਾਲ ਲੱਗੀ ਹੋਈ ਹੈ, ਇੱਧਰ ਈੜੀ ਨਾਲ ਲੱਗੀ ਹੋਈ ਹੈ, ਪਹਿਲਾਂ ਲੱਗੀ ਹੋਈ ਹੈ। ਊੜੇ ਤੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਦੀ ਹੈ। ਆਹ ਗੱਲਾਂ ਤਾਂ ਇੰਪੋਰਟੈਂਟ ਹੈ, ਰੱਖਿਓ ਦਿਮਾਗ ਦੇ ਵਿੱਚ ਧਿਆਨ। ਉਦਾਹਰਣ ਵੀ ਦਿੱਤੇ ਹੋਏ ਆ ਜੀ ਅੱਗੇ, ਉਦਾਹਰਣ ਤੁਸੀਂ ਪੜ੍ਹ ਹੀ ਲੈਣੇ ਆ, ਹੁਸ਼ਿਆਰ ਤੁਸੀਂ ਹੈਗੇ ਆ ਵਾਧੂ। ਬਿਹਾਰੀ ਦੀ ਮਾਤਰਾ ਦੇਖੋ ਜੀ, ਈੜੀ ਸਵਰ ਧੁਨੀ ਦੇ ਨਾਲ ਸੰਬੰਧਿਤ ਹੈ। ਸਿਹਾਰੀ ਤੇ ਬਿਹਾਰੀ ਦੋਨੋਂ ਈੜੀ ਸਵਰ ਧੁਨੀ ਦੇ ਨਾਲ ਸੰਬੰਧਿਤ ਹੈ। ਅੱਖਰ ਤੋਂ ਬਾਅਦ ਵਿੱਚ ਲੱਗਦੀ ਹੈ, ਸਿਹਾਰੀ ਪਹਿਲਾਂ ਲੱਗਦੀ ਹੈ, ਬਿਹਾਰੀ ਅੱਖਰ ਤੋਂ ਬਾਅਦ ਵਿੱਚ ਲੱਗਦੀ ਹੈ। ਊੜੇ ਅਤੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਸਵਰਾਂ ਨਾਲ ਲੱਗ ਜਾਂਦੀ ਹੈ ਜੀ, ਬਾਕੀ ਸਾਰੇ ਅੱਖਰਾਂ ਨਾਲ ਲੱਗ ਜਾਂਦੀ ਹੈ, ਸਵਰਾਂ ਨਾਲ ਨਹੀਂ, ਬਾਕੀ ਸਾਰੇ ਅੱਖਰਾਂ ਨਾਲ। ਉਸ ਤੋਂ ਬਾਅਦ ਆ ਗਿਆ ਜੀ ਔਂਕੜ। ਔਂਕੜ ਊੜੇ ਸਵਰ ਧੁਨੀ ਨਾਲ ਸੰਬੰਧਿਤ ਹੈ, ਬਿਲਕੁਲ ਜੀ। ਅੱਖਰ ਦੇ ਹੇਠਾਂ ਲੱਗਦਾ ਹੈ ਜੀ ਔਂਕੜ, ਅਤੇ ਐੜੇ ਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਿਆ ਹੋਇਆ ਜੀ ਔਂਕੜ, ਦੇਖ ਲਓ ਤੁਸੀਂ। ਉਸ ਤੋਂ ਬਾਅਦ ਹੈ ਜੀ ਦੁਲੈਂਕੜ। ਦੁਲੈਂਕੜ ਹੈ ਜਿਹੜਾ ਇਹ ਊ ਧੁਨੀ ਨਾਲ ਫਿਰ ਊੜੇ ਨਾਲ ਹੀ ਲੱਗਦੇ ਆ ਦੋਨੋਂ। ਔਂਕੜ ਤੇ ਦੁਲੈਂਕੜ ਦੋਨਾਂ ਦਾ ਸੰਬੰਧ ਊੜੇ ਨਾਲ ਹੈ, ਊੜੇ ਸਵਰ ਨਾਲ ਹੈ। ਅੱਖਰ ਦੇ ਹੇਠਾਂ ਲੱਗਦਾ, ਜਿਵੇਂ ਔਂਕੜ ਲੱਗਦਾ ਉਵੇਂ ਹੀ ਦੁਲੈਂਕੜ। ਔਂਕੜ ਇੱਕ ਲੱਗਦਾ ਤੇ ਦੁਲੈਂਕੜ ਦੋ ਲੱਗਦਾ ਹੈ। ਐੜੇ ਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਾ ਹੋਇਆ ਜੀ। ਆ ਦੇਖ ਲਓ ਉਦਾਹਰਨਾਂ ਦੇ ਵਿੱਚ ਦੇਖ ਲਓ। ਲਾ, ਲਾ ਈੜੀ ਸਵਰ ਧੁਨੀ ਨਾਲ ਸੰਬੰਧਿਤ ਹੈ। ਸਿਹਾਰੀ ਤੇ ਬਿਹਾਰੀ ਤੇ ਲਾ, ਇਹ ਤਿੰਨੋਂ ਈੜੀ ਨਾਲ ਸੰਬੰਧਿਤ ਹਨ। ਇਹ ਅੱਖਰ ਦੇ ਉੱਤੇ ਲੱਗਦੀ ਹੈ, ਊੜੇ ਤੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਇਹ ਲੱਗ ਜਾਂਦੀ ਹੈ। ਉਦਾਹਰਣ ਦੇ ਰੱਖੇ ਹੈ ਜੀ ਤੁਹਾਡੇ ਸਾਹਮਣੇ। ਉਸ ਤੋਂ ਬਾਅਦ ਹੈ ਜੀ ਦੁਲਾਵਾ। ਦੁਲਾਵਾ ਹੈ ਜਿਹੜਾ ਐੜੇ ਸਵਰ ਧੁਨੀ ਦੇ ਚਿੰਨ੍ਹ ਹੈ, ਅੱਖਰ ਦੇ ਉੱਤੇ ਲੱਗਦਾ ਹੈ ਜੀ, ਅਤੇ ਊੜਾ ਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗ ਜਾਂਦਾ ਹੈ। ਜਿਹੜਾ ਤਾਂ ਹੈਗਾ ਜੀ ਸਾਡੀ ਲਾਂ। ਲਾਂ ਤੇ ਦੁਲਾਂ ਦੋ ਹਨ। ਲਾਂ ਤਾਂ ਈੜੀ ਨਾਲ ਲੱਗਦੀ ਹੈ ਤੇ ਦੁਲਾਂ ਐੜੇ ਨਾਲ ਲੱਗਦਾ ਹੈ। ਇਹ ਗੱਲ ਰੱਖਿਓ ਧਿਆਨ ਦੇ ਵਿੱਚ। ਹੋੜਾ ਜਿਹੜਾ ਉਹ ਊੜੇ ਸਵਰ ਨਾਲ ਲੱਗਦਾ ਹੈ, ਅੱਖਰ ਦੇ ਉੱਤੇ ਲੱਗਦਾ ਹੈ। ਜਦੋਂ ਇਹ ਊੜੇ ਨਾਲ ਲੱਗਦਾ ਹੈ ਤਾਂ ਊੜੇ ਦਾ ਮੂੰਹ ਉੱਪਰੋਂ ਖੋਲ੍ਹ ਦਿੱਤਾ ਜਾਂਦਾ ਹੈ। ਦੇਖੋ ਇੱਥੇ ਊੜਾ ਲਿਖਿਆ, ਜਿਹੜਾ ਉੱਪਰ ਮੂੰਹ ਨਹੀਂ ਖੁੱਲ੍ਹਾ ਹੋਇਆ, ਪਰ ਜਦੋਂ ਅੱਗੇ ਉਦਾਹਰਣ ਦੇ ਕੇ ਖੋਲ੍ਹਿਆ ਤਾਂ ਉੱਪਰੋਂ ਮੂੰਹ ਖੁੱਲ੍ਹਾ ਹੋਇਆ। ਮਤਲਬ ਊੜੇ ਦਾ ਉੱਪਰੋਂ ਮੂੰਹ ਖੁੱਲ੍ਹ ਜਾਣਾ। ਇਹਦਾ ਮਤਲਬ ਕੀ ਲਿਖਿਆ ਹੋਇਆ ਹੈ ਜੀ? ਇਹਦਾ ਮਤਲਬ ਉਸ ਦੇ ਉੱਪਰ, ਊੜੇ ਦੇ ਉੱਪਰ ਹੋੜੇ ਦੀ ਮਾਤਰਾ ਲੱਗੀ ਹੋਈ ਹੈ। ਐੜੇ ਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਦਾ ਹੈ। ਜਿਵੇਂ ਓਟ ਸ਼ਬਦ ਲਿਖਿਆ ਹੋਇਆ, ਓਪਰਾ, ਓਮ। ਇਹ ਸ਼ਬਦ ਤੁਸੀਂ ਜਦੋਂ ਪੰਜਾਬੀ 'ਚ ਲਿਖਣੇ ਆ ਤਾਂ ਇਸ ਤਰ੍ਹਾਂ ਲਿਖਣੇ ਆ, ਦੇਖ ਲਓ ਓਟ, ਓਪਰਾ, ਓਮ।
ਉਸ ਤੋਂ ਬਾਅਦ ਕਨੌੜੇ ਦੀ ਮਾਤਰਾ ਜੀ, ਕਨੌੜਾ ਹੈ ਜਿਹੜਾ ਇਹ ਐ ਸਵਰ ਧੁਨੀ ਨਾਲ ਲੱਗਦਾ ਹੈ ਅਤੇ ਅੱਖਰ ਦੇ ਉੱਤੇ ਲੱਗਦਾ ਹੈ। ਊੜੇ ਤੇ ਈੜੀ ਨੂੰ ਛੱਡ ਕੇ ਬਾਕੀ ਸਾਰਿਆਂ ਨਾਲ ਲੱਗ ਜਾਂਦਾ ਹੈ ਜੀ। ਔਰਤ, ਔੜ, ਚੌਲ, ਨੌਕਰ, ਚੋਲ ਨਹੀਂ ਲਿਖਣੇ, ਚੌਲ ਲਿਖਣੇ ਹਨ। ਪਕੌੜਾ, ਚੌਕੀਦਾਰ, ਨੌਜਵਾਨ, ਮਖੌਲ, ਇਹ ਸ਼ਬਦ ਹੈ ਜਿਹੜੇ ਦੇਖ ਲਓ, ਇਹਨਾਂ ਨੂੰ ਕਨੌੜਾ ਲੱਗਿਆ ਹੋਇਆ ਹੈ। ਨੋਟ ਲਾ ਕੇ ਇੱਕ ਗੱਲ ਲਿਖੀ ਹੋਈ ਹੈ ਜੀ, ਸਵਰ ਨਾਲ 3 ਲਗਾ। ਦੇਖੋ ਜੀ, ਊੜੇ ਸਵਰ ਨਾਲ 3 ਲਗਾ, ਔਂਕੜ, ਦੁਲੈਂਕੜ ਅਤੇ ਹੋੜਾ ਲੱਗਦੀਆਂ ਹਨ ਜੀ। ਹੋ ਗਈ ਸੀ ਗੱਲ ਆਪਣੀ ਕਲੀਅਰ। ਅਤੇ ਉਸ ਤੋਂ ਬਾਅਦ ਐੜੇ ਸਵਰ ਨਾਲ 4 ਲਗਾ, ਮੁਕਤਾ, ਕੰਨਾ, ਦੁਲਾਵਾਂ ਅਤੇ ਕਨੌੜਾ, ਅਤੇ ਈੜੀ ਨਾਲ 3 ਸਿਹਾਰੀ, ਬਿਹਾਰੀ ਅਤੇ ਲਾਂ ਲੱਗਦੀਆਂ ਹਨ। ਇਹ ਸਾਡੀਆਂ ਲਗਾ ਮਾਤਰਾ ਦੀ ਮੈਂ ਜਿਹੜੀ ਗੱਲ ਕੀਤੀ ਹੈ ਦੋਸਤੋ, ਇਹ ਹੁਣ ਯਕੀਨਨ ਹੈ ਵੀ ਇਹ ਤੁਹਾਡੇ ਸਮਝ ਦੇ ਵਿੱਚ ਆ ਗਈ ਹੋਵੇਗੀ ਕਿ ਸਵਰਾਂ ਨੂੰ ਇਹਨਾਂ ਦਾ ਨਿਰਧਾਰਨ ਕਿਵੇਂ ਕੀਤਾ ਗਿਆ ਹੈ। ਉਹਦੇ ਨਾਲ ਨਾਲ ਆਪਾਂ ਕੋਡ ਬਾਰੇ ਵੀ ਚਰਚਾ ਕੀਤੀ ਹੈ ਨਾ, ਕਿ ਇਹਨਾਂ ਦਾ ਕੋਡ ਵੀ ਇੱਕ ਨਿਰਧਾਰਨ ਕੀਤਾ ਗਿਆ ਹੈ ਨਾ। ਸੋ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਕੋਡ ਤੁਸੀਂ ਯਾਦ ਰੱਖ ਸਕਦੇ ਹੋ। ਇੱਥੇ ਵੀ ਆਪਾਂ ਇੱਕ ਵਾਰੀ ਅਗਰ ਚਾਹੀਏ ਤਾਂ ਲਿਸਟ ਬਣਾ ਸਕਦੇ ਹੋ। ਮੁਕਤਾ ਆਪਾਂ ਨੂੰ ਪਤਾ ਹੀ ਹੈ ਐੜੇ ਨਾਲ ਲੱਗਦੀ ਹੈ, ਕੰਨਾ ਵੀ ਐੜੇ ਦੀ ਮਾਤਰਾ ਹੈ, ਸਿਹਾਰੀ ਈੜੀ ਦੀ ਹੈ, ਬਿਹਾਰੀ ਵੀ ਈੜੀ ਦੀ ਹੈ, ਔਂਕੜ ਊੜੇ ਦੀ ਹੈ, ਦੁਲੈਂਕੜ ਊੜੇ ਦੀ ਹੈ, ਲਾਂ ਈੜੀ ਦੀ ਹੈ, ਦੁਲਾਵਾਂ ਐੜੇ ਦੀ ਹੈ, ਹੋੜਾ ਤੁਹਾਨੂੰ ਦੱਸਿਆ ਵੀ ਊੜੇ ਦਾ ਉੱਪਰੋਂ ਮੂੰਹ ਖੁੱਲ੍ਹਾ, ਅਤੇ ਉਸ ਤੋਂ ਬਾਅਦ ਕਨੌੜਾ ਐੜੇ ਦੀ ਹੈ। ਸੋ ਇਹ ਮਾਤਰਾਵਾਂ ਦੇ ਜਿਹੜੇ ਤੁਸੀਂ ਮਤਲਬ ਜਿਹੜੇ ਅੱਗੇ ਕੋਡ ਹਨ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ, ਰੱਖ ਲਓਗੇ ਨਾ ਧਿਆਨ ਦੇ ਵਿੱਚ। ਇਹ ਮੈਨੂੰ ਉਮੀਦ ਹੈ ਕਿ ਤੁਹਾਨੂੰ ਲਗਾ ਮਾਤਰਾ ਵਾਲੀ ਜਿਹੜੀ ਕਲਾਸ ਹੈ ਜਿਹੜੀ ਇਹ ਜ਼ਰੂਰ ਸਮਝ ਦੇ ਵਿੱਚ ਆਈ ਹੋਵੇਗੀ। ਲਗਾ ਮਾਤਰਾ ਦੀਆਂ ਜਿਹੜੀਆਂ ਥੋੜ੍ਹੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਉਹ ਵੀ ਯਕੀਨਨ ਤੁਹਾਡੇ ਸਮਝ ਦੇ ਵਿੱਚ ਆਈਆਂ ਹੋਣਗੀਆਂ ਵੀ ਛੋਟੇ ਚਿੰਨ੍ਹਾਂ ਨੂੰ ਲੱਗ ਕਿਹਾ ਜਾਂਦਾ ਹੈ। ਇਹ ਗੱਲ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਥੋੜ੍ਹੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਹੈ। ਗੁਰਮੁਖੀ ਦੇ ਵਿੱਚ 10 ਲਗਾ ਮਾਤਰਾ ਹਨ, ਪਰ ਇਹਨਾਂ ਦੇ ਜਿਹੜੇ ਚਿੰਨ੍ਹ ਹਨ ਇਹ ਕਿੰਨੇ ਹਨ ਜੀ? 9 ਹਨ। ਕਿਉਂਕਿ ਮੁਕਤੇ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਇਸ ਕਰਕੇ ਚਿੰਨ੍ਹ ਰਹਿ ਜਾਂਦੇ ਹਨ ਜੀ 9। ਮੁਕਤੇ ਦਾ ਕੋਈ ਚਿੰਨ੍ਹ ਨਾ ਹੋਣ ਕਰਕੇ ਇਹ ਗੱਲ ਤੁਸੀਂ ਯਾਦ ਰੱਖਿਓ ਜੀ। ਲਗਾ ਮਾਤਰਾ ਦੀ ਗੱਲ ਹੋ ਗਈ ਜੀ। ਹੁਣ ਆਪਾਂ ਅਗਲੀ ਜਮਾਤ ਦੇ ਵਿੱਚ ਪੰਜਾਬੀ ਦੇ ਲਗਾਖਰਾਂ ਦੀ ਗੱਲ ਕਰਾਂਗੇ। ਜਲਦੀ ਮਿਲਦੇ ਹਾਂ ਦੋਸਤੋ। ਸਤਿ ਸ੍ਰੀ ਅਕਾਲ।